ਅੱਜ ਦੀ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਫਿਲਾਸਫੀ ਦੇ ਵੱਖ-ਵੱਖ ਵਿਸ਼ਿਆਂ ਦੀ ਜੋ ਵਿਚਾਰ ਕਰਦੇ ਆ ਰਹੇ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਉਹਨਾਂ ਨੇ ਸ਼ੁਭ ਗੁਣਾਂ ਦੀ ਲੜੀ ਵਾਰ ਵਿਚਾਰ ਆਰੰਭ ਕੀਤੀ ਹੈ। ਉਸੇ ਲੜੀ ਦੇ ਅੰਦਰ ਅੱਜ ਵੈਰਾਗ ਦੇ ਵਿਸ਼ੇ ਦੇ ਉੱਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਗੁਰਮਤਿ ਵਿੱਚ ਜੋ ਅਸੀਂ ਟੌਪਿਕ ਸ਼ੁਰੂ ਕੀਤਾ ਸੀ ਕਲਾਸ ਵਿੱਚ, ਗੁਰਮਤਿ ਦੇ ਵਿੱਚ ਗੁਣਾਂ ਦੇ ਉੱਤੇ ਕੀ ਵਿਚਾਰ ਸਾਨੂੰ ਮਿਲਦੇ ਹਨ, ਕਿਹੜੇ ਗੁਣ ਹਨ ਜਿਨ੍ਹਾਂ ਨਾਲ ਪਰਮੇਸ਼ਰ ਨਾਲ ਨੇੜਤਾ ਹੁੰਦੀ ਹੈ। ਇਹ ਕੁਝ ਗੁਣਾਂ ਦੇ ਵਿਚਾਰ ਅਸੀਂ ਪਿਛਲੇ 2-3 ਹਫ਼ਤਿਆਂ ਤੋਂ ਕਰਦੇ ਆ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਵਿਸ਼ੇ ਜਿਹੜੇ ਹਨ ਉਹਨਾਂ ਦੀ ਵਿਚਾਰ ਕੀਤੀ ਸੀ ਕਿ ਜਦੋਂ ਇਹ ਵਿਕਾਰ, ਜਦੋਂ ਇਹ ਜਜ਼ਬੇ ਸਾਡੇ ਕਾਬੂ ਤੋਂ ਬਾਹਰ ਹੋ ਜਾਣ, ਉਦੋਂ ਇਹ ਵਿਸ਼ੇ ਤੇ ਵਿਕਾਰ ਬਣ ਜਾਂਦੇ। ਦੂਸਰੇ ਪਾਸੇ ਅੱਜ ਅਸੀਂ ਵੈਰਾਗ ਦੀ ਗੱਲ ਕਰਾਂਗੇ। ਵੈਰਾਗ ਕੀ ਚੀਜ਼ ਹੈ, ਭਾਰਤੀ ਸਭਤਾ ਵਿੱਚ ਵੈਰਾਗ ਨੂੰ ਕਿਵੇਂ ਵੀ ਦੇਖਿਆ ਗਿਆ, ਔਰ ਗੁਰਮਤਿ ਵਿੱਚ ਵੈਰਾਗ ਦਾ ਕੀ ਸੰਕਲਪ ਹੈ। ਕੁਝ ਵਿਚਾਰ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਹਨ ਉਹ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਤਾਂ ਜੇ ਲਫ਼ਜ਼ੀ ਅਰਥ ਵੈਰਾਗ ਦੇ ਕਰਨੇ ਹੋਣ ਤਾਂ ਉਹਦਾ ਲਫ਼ਜ਼ੀ ਅਰਥ ਕਿਸੇ ਵੀ ਚੀਜ਼ ਨਾਲ ਪ੍ਰੀਤੀ ਦਾ ਨਾ ਹੋਣਾ, ਜਾਂ ਕਹਿ ਲਈਏ ਕਿਸੇ ਵੀ ਚੀਜ਼ ਵਿੱਚੋਂ ਪ੍ਰੀਤ ਦਾ ਅੰਸ਼ ਜਿਹੜਾ ਹੈ ਉਹ ਨਾ। ਪਰ ਦੂਜੇ ਲਫ਼ਜ਼ਾਂ ਦੇ ਕਹਿ ਲਈਏ ਸੰਸਾਰ ਤੋਂ ਉਪਰਾਮਤਾ। ਭਾਰਤੀ ਸਮਾਜ ਵਿੱਚ, ਭਾਰਤੀ ਸਭਤਾ ਵਿੱਚ ਇਹਦੀ ਬਹੁਤ ਪ੍ਰਧਾਨਤਾ ਮੰਨੀ ਗਈ ਹੈ, ਮੰਨੀ ਜਾ ਰਹੀ ਹੈ। ਸ਼ੰਕਰਾਚਾਰੀਆ ਨੇ ਜਦੋਂ ਵਿਰਾਗ ਦੀ ਗੱਲ ਕੀਤੀ ਤਾਂ ਉਹ ਲਿਖਦਾ ਹੈ, ਵਿਰਾਗ ਤਦ ਸਮਝਣਾ ਚਾਹੀਦਾ ਹੈ ਜਦ ਮਨੁੱਖ ਆਪਣੇ ਸਰੀਰ ਤੋਂ ਲੈ ਕੇ ਬ੍ਰਹਿਮੰਡ ਦੇ ਜਿਤਨੇ ਪਦਾਰਥ ਹਨ ਉਹਨਾਂ ਨੂੰ ਅਨਿਤ ਸਮਝੇ। ਨਿਤ ਅਰਥ ਨਾਸ਼ਵਾਨ। ਜਿੰਨੇ ਪਦਾਰਥ ਦੁਨੀਆ ਦੇ ਹਨ ਉਹਨਾਂ ਨੂੰ ਨਾਸ਼ਵਾਨ ਸਮਝੇ। ਆਪਣੇ ਸਰੀਰ ਤੋਂ ਲੈ ਕੇ ਬ੍ਰਹਿਮੰਡ ਤੱਕ ਦੇ ਸਾਰੇ ਪਦਾਰਥ। ਇਹ ਸੋਚ ਸ਼ੰਕਰਾਚਾਰੀਆ ਦੀ ਹੈ। ਹਾਲਾਂਕਿ ਇਹ ਸੰਭਵ ਨਹੀਂ ਹੈ। ਗੁਰਮਤਿ ਦਾ ਨਜ਼ਰੀਆ ਇਸ ਦੇ ਬਾਰੇ ਚ ਹੋਰ ਹੈ, ਉਹਦੀ ਵਿਚਾਰ ਅਸੀਂ ਬਾਅਦ ਵਿੱਚ ਕਰਦੇ ਹਾਂ। ਵਿਦਿਆਰਣ ਸਵਾਮੀ ਇੱਕ ਹੋਇਆ, ਉਹਨੇ ਜੋ ਕਥਨ ਕੀਤਾ ਵਿਰਾਗ ਦੀ ਗੱਲ ਜਦੋਂ ਕੀਤੀ, ਕਹਿੰਦਾ ਪਹਿਲੇ ਪੁੱਤਰ ਦਾ ਹੋਣਾ ਦੁਰਲਭ ਹੈ। ਜਦ ਪੁੱਤਰ ਹੁੰਦਾ ਹੈ ਤਾਂ ਮਾਤਾ ਪਿਤਾ ਨੂੰ ਇਸ ਦਾ ਕਲੇਸ਼, ਬਚਪਨ ਵਿੱਚ ਮੂਰਖ ਹੋਵੇ ਤਾਂ ਡਰ, ਉਸਦੇ ਪਾਲਣ ਪੋਸ਼ਣ ਤੇ ਪੜ੍ਹਾਉਣ ਦੀ ਚਿੰਤਾ। ਕਹਿੰਦਾ ਮੁੱਖ ਦੀ ਗੱਲ ਇਹ, ਮਾਂ ਪਿਓ ਲਈ ਇਹ ਦੁੱਖ ਦੀ ਕੋਈ ਹੱਦ ਨਹੀਂ ਜਦੋਂ ਘਰ 'ਚ ਔਲਾਦ ਹੋ ਜਾਂਦੀ ਹੈ। ਇਸ ਲਈ ਸੰਸਾਰ ਦਾ ਤਿਆਗ ਕਰ ਦੇਣਾ ਹੀ ਸਭ ਤੋਂ ਬਿਹਤਰ ਹੈ। ਇਹ ਵਿਚਾਰ ਵਿਦਿਆਰਣ ਸਵਾਮੀ ਦੇ ਜਿਹੜੇ ਹਨ ਉਹ ਮਿਲਦੇ ਹਨ। ਭਰਤਰੀ ਦੀਆਂ ਗੱਲਾਂ ਜਦੋਂ ਕਰਦੇ ਆ, ਭਰਤਰੀ ਯੋਗ ਮਤ ਦਾ ਕਹਿੰਦਾ ਪ੍ਰਿਥਵੀ ਦੀਆਂ ਸਾਰੀਆਂ ਅਵਸਥਾ, ਜਿਹੜੀਆਂ ਪ੍ਰਿਥਵੀ ਦੀਆਂ ਅਵਸਥਾ ਹਨ ਇਹ ਭੈ ਵਿੱਚ ਹਨ। ਜੇ ਡਰ ਤੋਂ ਰਹਿਤ ਹੈ ਤਾਂ ਕੇਵਲ ਵਿਰਾਗ ਹੈ। ਉਹਦਾ
ਪਰਿਭਾਸ਼ਾ ਵਿਰਾਗ ਦੀ ਇਹੋ ਜਿਹੀ ਹੈ। ਜੇ ਮਹਾਤਮਾ ਬੁੱਧ ਨੂੰ ਦੇਖਦੇ ਹਾਂ, ਬੁੱਧਿਜ਼ਮ ਨੂੰ ਦੇਖਦੇ ਹਾਂ, ਤਾਂ ਰਾਜ ਮਹਿਲ ਛੱਡ ਕੇ, ਰਾਜ ਭਾਗ ਛੱਡ ਕੇ ਬਨਵਾਸ ਲੈ ਲਿਆ। ਉਹਨਾਂ ਦਾ ਵੀ ਸੰਸਾਰ ਪ੍ਰਤੀ ਇਹ ਨਜ਼ਰੀਆ ਹੈ, ਬੁੱਧਿਜ਼ਮ ਦਾ ਵੀ ਇਹ ਨਜ਼ਰੀਆ ਹੈ। ਤੋ ਇਹ ਕੁਝ ਭਾਰਤੀ ਸੰਸਕ੍ਰਿਤੀ ਦੇ ਵਿੱਚ ਵਿਰਾਗ ਦੀ ਗੱਲ ਇਸ ਢੰਗ ਨਾਲ ਕੀਤੀ ਗਈ। ਸਿੱਖੀ ਦੀ ਜਦੋਂ ਗੱਲ ਕਰਦੇ ਆ, ਗੁਰੂ ਆਸ਼ੇ ਅਨੁਸਾਰ ਸਹਿਜ ਯੋਗ ਦੀ ਪ੍ਰਾਪਤੀ ਲਈ ਇਸ ਵਿਰਾਗ ਦੀ ਲੋੜ ਨਹੀਂ, ਜਿਹੜਾ ਵਿਰਾਗ ਭਾਰਤੀ ਸੰਸਕ੍ਰਿਤੀ ਵਿੱਚ ਜ਼ਿਕਰ ਹੋਇਆ। ਤਾਂ ਉੱਥੇ ਸਹਿਜ ਯੋਗ ਦੀ ਜਿਹੜੀ ਗੱਲ ਕੀਤੀ ਹੈ, ਹਠ ਯੋਗ ਦੀ ਗੱਲ ਨਹੀਂ ਕੀਤੀ ਗੁਰਮਤਿ ਨੇ। ਗੁਰਮਤਿ ਨੇ ਸਹਿਜ ਯੋਗ ਦੀ ਗੱਲ ਕੀਤੀ ਹੈ। ਤੋ ਗੁਰੂ ਸਾਹਿਬਾਨ ਦੇ ਜੋ ਆਸ਼ਾ ਹੈ ਜਾਂ ਗੁਰਬਾਣੀ ਦਾ ਜੋ ਆਸ਼ਾ ਹੈ, ਉਹਦੇ ਮੁਤਾਬਕ ਉਸ ਸਹਿਜ ਯੋਗ ਦੀ ਪ੍ਰਾਪਤੀ ਦੇ ਲਈ ਬਾਹਰੀ ਵਿਰਾਗ ਦੀ ਨਹੀਂ, ਅੰਤਰ ਆਤਮੇ ਵਿਰਾਗ ਦੀ ਜ਼ਰੂਰਤ ਹੈ, ਜਾਂ ਅੰਤਰ ਆਤਮੇ ਵਿਰਾਗ ਧਾਰਨ ਕਰਨਾ ਜ਼ਰੂਰੀ ਹੈ। ਸੰਸਾਰ ਦਾ ਤਿਆਗ ਨਹੀਂ ਕਿਹਾ, ਉੱਥੇ ਉਸ ਅੰਤਰ ਆਤਮੇ ਦੀ ਤਿਆਗ ਦੀ ਗੱਲ ਕੀਤੀ ਗਈ। ਗੁਰਮਤਿ ਦੀ ਫਿਲਾਸਫੀ ਇਹ ਗੱਲ ਕਹਿੰਦੀ ਹੈ ਕਿ ਮਨੁੱਖ ਦਾ ਜਨਮ ਇਸ ਲਈ ਹੋਇਆ ਹੈ ਕਿ ਉਹ ਸੰਸਾਰ ਵਿੱਚ ਰਹੇ, ਸੰਸਾਰ ਵਿੱਚ ਵਿਚਰੇ, ਸੰਸਾਰ ਦੇ ਸੁੱਖ ਪਦਾਰਥਾਂ ਦਾ ਭੋਗ ਕਰੇ, ਭੋਗਦਾ ਰਵੇ, ਸਾਰਿਆਂ ਨਾਲ ਪਿਆਰ ਕਰੇ, ਮਨੁੱਖਤਾ ਦੇ ਨਾਲ, ਉਹਦੀ ਬਣਾਈ ਹੋਈ ਖਲਕਤ ਨਾਲ ਪਿਆਰ ਕਰੇ, ਉਹਦੀ ਭਾਵ ਭਾਵਨੀ ਚ ਰਹਿੰਦਾ ਹੋਇਆ ਇਸ ਖਲਕਤ ਵਿੱਚੋਂ ਖਲਕ ਨੂੰ ਦੇਖ ਕੇ ਉਸ ਖਾਲਕ ਵਸੇ ਰੱਬ ਮਾਹੇ ਦੀ ਗੱਲ ਯਾਦ ਕਰੇ। ਇਹ ਗੁਰਮਤਿ ਦਾ ਫਿਲਾਸਫੀ ਹੈ। ਮਨੁੱਖ ਦਾ ਸੁਭਾਅ ਕੁਛ ਇਹੋ ਜਿਹਾ ਹੈ ਕਿ ਇਹਦੇ ਉੱਤੇ ਹਉਮੈ ਦਾ ਪ੍ਰਭਾਵ ਬਹੁਤ ਜਲਦੀ ਪੈਂਦਾ ਹੈ। ਹਉਮੈ ਦੇ ਪ੍ਰਭਾਵ ਕਰਕੇ ਸੰਸਾਰਕ ਮੋਹ ਹੋਣਾ ਜ਼ਰੂਰੀ ਹੈ, ਕਿਉਂਕਿ ਹਉਮੈ ਦਾ ਪ੍ਰਭਾਵ ਇਸ ਤੇ ਜਲਦੀ ਪੈਂਦਾ ਹੈ। ਹਉਮੈ ਰੋਗ ਮਾਨੁਖ ਦੀ ਇਹਨੂੰ ਦਿੱਤਾ ਹੈ। ਉਸ ਪ੍ਰਭਾਵ ਦੇ ਕਰਕੇ ਹੀ ਸੰਸਾਰ ਦੇ ਨਾਲ ਮੋਹ ਹੋਣਾ ਜ਼ਰੂਰੀ ਬਣ ਜਾਂਦਾ ਹੈ। ਪਰ ਹਉਮੈ ਨੂੰ ਨਿਰਮਲ ਕਰਕੇ ਉਸ ਨੂੰ ਪਰਮਾਤਮਾ ਦੀ ਪ੍ਰੀਤ ਦੇ ਰੰਗ ਵਿੱਚ ਬਦਲ ਦੇਣਾ, ਇਹ ਸਿੱਖ ਧਰਮ ਦਾ ਉਦੇਸ਼ ਹੈ ਤੇ ਪ੍ਰਯੋਜਨ ਹੈ ਸਿੱਖ ਧਰਮ ਦਾ, ਵੀ ਹਉਮੈ ਨੂੰ ਦੇ ਪ੍ਰਭਾਵ ਤੋਂ ਖਤਮ ਕਰਕੇ, ਜਾਂ ਕਹਿ ਲਈਏ ਕਿ ਹਉਮੈ ਦੇ ਪ੍ਰਭਾਵ ਨੂੰ ਪਰਮਾਤਮਾ ਦੀ ਪ੍ਰੀਤ ਵਿੱਚ ਬਦਲਣਾ, ਭਾਵ ਤੋਂ ਮੁਕਤ ਕਰਕੇ ਆਪਣੇ ਆਪ ਨੂੰ ਪਰਮਾਤਮਾ ਦੀ ਪ੍ਰੀਤ ਵਿੱਚ ਬਦਲ ਦੇਣਾ। ਸੋ ਇਹ ਗੱਲ ਜਿਹੜੀ ਪੋਸੀਬਲ ਤਾਂ ਹੋ ਸਕਦੀ ਹੈ, ਸੰਭਵ ਤਾਂ ਹੋ ਸਕਦੀ ਹੈ, ਜੇ ਮਨੁੱਖ ਸੰਸਾਰ ਵਿੱਚ ਤਿਆਗ ਤੇ ਵਿਰਾਗ ਦੇ ਰੰਗ ਵਿੱਚ ਰੰਗਿਆ ਹੋਇਆ ਆਪਣੀ ਜ਼ਿੰਦਗੀ ਸੰਸਾਰਕ ਜੀਵਨ ਵਿੱਚ, ਸੰਸਾਰ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਦੇ ਮਿਲੇ ਹੋਏ ਸਾਧਨਾਂ ਨੂੰ ਭੋਗਦਾ ਹੋਵੇ। ਇਹ ਤਾਂ ਸੰਭਵ ਹੋ ਸਕਦੀ ਹੈ ਜੇ ਅਸੀਂ ਗੁਰਮਤਿ ਦੀ ਗੱਲ ਕਰਦੇ ਹਾਂ। ਅਨੇਕਾਂ ਪ੍ਰਕਾਰ ਦੇ ਕਾਰ ਵਿਹਾਰ ਇਸ ਮਨੁੱਖ ਨੂੰ ਆਪਣੀ ਜ਼ਿੰਦਗੀ 'ਚ ਕਰਨੇ ਪੈਂਦੇ ਹਨ, ਅਨੇਕਾਂ ਪ੍ਰਕਾਰ ਦੇ। ਫਿਰ ਉਸ ਨੂੰ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਹਨ। ਪਰ ਗੁਰਮਤਿ ਨੇ ਕਿਤੇ ਵੀ ਨਾ ਤਾਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਤੋਂ ਭੱਜਣ ਦਾ ਨਾਮ ਵਿਰਾਗ ਦੱਸਿਆ ਹੈ, ਤੇ ਨਾ ਹੀ ਸੰਸਾਰ ਵਿੱਚ ਆਪਣੀ ਕਿਰਤ ਨੂੰ ਤਿਆਗ ਦੇਣ ਦਾ ਨਾਮ ਵਿਰਾਗ ਦੱਸਿਆ ਹੈ। ਕਿਤੇ ਵੀ ਗੁਰਬਾਣੀ ਨੇ ਇਹ ਗੱਲ ਨਹੀਂ ਸਮਝਾਈ। ਇੱਥੇ ਤਾਂ ਸਗੋਂ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ ਦੀ ਗੱਲ ਕੀਤੀ ਗਈ ਹੈ। ਇੱਥੇ ਇਹ ਮਾਰਗ ਜਿਹੜਾ ਦੱਸਿਆ ਗਿਆ ਹੈ, ਨਾਲ ਇਹ ਗੱਲ ਕਹੀ ਹੈ ਵੀ ਇਹ ਨਾ ਤਿਆਗ, ਇਹਨਾਂ ਦਾ ਤਿਆਗ ਨਹੀਂ ਕਰਨਾ, ਇਹਨਾਂ ਨਾਲ ਉਪਰਾਮਤਾ ਨਹੀਂ ਰੱਖਣੀ,
बिना छड्ड के चले जाओ, परिवार छड्ड दिओ, घर छड्ड दिओ, संसार त्याग दिओ, ਵਪਾਰ त्याग दिओ, सब कुछ त्याग दो। गुरमत ने यह गल नहीं मनी। गुरमत ने यह गल दसी है कि इन्हां दे विच विचरदियां होया अपना चित उस परम आत्मा, अपने परम मूल तत्त, उस जिथों असीं आए हाँ उहदे विच टिका के रखना चाहिए। ये साडी जिंदगी का मकसद है, मनोरथ है, जिहड़ा असीं हुणे सवाल जवाब विच भी ये गल सुनिया। जीवन का मकसद यही है, क्योंकि जीवन चिरंकाल है, बहुत चिरां बाद मिलिया, पता नहीं ये परमेश्वर जानता है असीं कित्थों कित्थों घूम के आए ते कित्थे कित्थे असीं घूमना है साडे कीते संस्कारां मुताबक। पर एक गल पक्की है कि जिहड़ा ये जन्म मिलिया ਉਹਦਾ खास मकसद है, वो खास मकसद दा है मिलाप, वो है जोत नूं परम जोत दे विच लीन करना। तो ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਜਦੋਂ ਮਨੁੱਖ ਮਾਇਆ ਦੇ ਤਿੰਨੇ ਗੁਣ ਜਾਂ ਇਹ ਕਹਿ ਲਈਏ ਪ੍ਰਕਿਰਤੀ ਦੇ ਤਿੰਨ ਗੁਣ ਜਿਹੜੇ ਹਨ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਤੋਂ ਉੱਚਾ ਉੱਠ ਜਾਵੇ ਤੇ ਦੇਸ਼ ਤੇ ਕਾਲ ਦੀਆਂ ਹੱਦਾਂ ਨੂੰ ਟੱਪ ਕੇ ਇੱਕ ਅਕਾਲ ਪੁਰਖ ਦੇ ਨਾਲ ਅਭੇਦ ਹੋ ਜਾਵੇ ਤਾਂ ਉਹ ਫਿਰ ਅਮਰ ਹੋ ਜਾਂਦਾ ਹੈ। ਰਜੋਗੁਣ, ਤਮੋਗੁਣ, ਸਤੋਗੁਣ ਤੋਂ ਤ੍ਰੈਗੁਣੀ ਮਾਇਆ ਤੋਂ ਉੱਪਰ ਉੱਠ ਕੇ ਚੌਥੇ ਪਦ ਦੀ ਗੱਲ ਕਰੇ ਤੇ ਫਿਰ ਦੇਸ਼ ਕਾਲ ਦੀਆਂ ਭਾਵ ਵਿਤਕਰੇ ਦੀਆਂ, ਵੈਰ ਵਿਰੋਧ ਦੀਆਂ, ਈਰਖਾ ਦੀਆਂ, ਦਵੈਖ ਦੀਆਂ ਇਹ ਹੱਦਾਂ ਨੂੰ ਟੱਪ ਕੇ ਇਹਨਾਂ ਚੀਜ਼ਾਂ ਨੂੰ ਪਾਰ ਕਰਕੇ ਇੱਕ ਅਕਾਲ ਦੇ ਨਾਲ ਭੇਦ ਹੋ ਜਾਣਾ, ਇਹ ਜੀਵਨ ਦਾ ਪ੍ਰਯੋਜਨ ਹੈ, ਮਨੁੱਖ ਦੇ ਜੀਵਨ ਦਾ ਮਨੋਰਥ ਹੈ। ਉਹਨੂੰ ਅਮਰ ਕਿਹਾ ਗਿਆ। ਇਹੋ ਹੀ ਅਮਰ ਦੀ ਪਦਵੀ ਹੈ, ਇਹੋ ਹੀ ਸਹਿਜੋਗ ਹੈ ਗੁਰਮਤਿ ਦਾ। ਗੁਰਮਤਿ ਦਾ ਇਹੋ ਹੀ ਵਿਰਾਗ ਹੈ। ਗੁਰਮਤਿ ਦਾ ਵਿਰਾਗ ਵੀ ਇਹੋ ਹੀ ਹੈ ਵੀ ਅਸੀਂ ਉਸ ਸਹਿਜੋਗ ਦੀ ਪ੍ਰਾਪਤੀ ਕਰਾਂ। ਜਦੋਂ ਅਸੀਂ ਇਸ ਦੇ ਲਈ ਯਤਨ ਕਰਦੇ ਹਾਂ ਜਾਂ ਇਹ ਕਹਿ ਲਈਏ ਵੀ ਜੀਵ ਆਤਮਾ ਜੋ ਸਾਡੀ ਹੈ, ਜਦ ਇਸ ਦਿਸ਼ਾ ਵਿੱਚ ਪਹੁੰਚ ਜਾਂਦੀ ਹੈ ਤਾਂ ਫਿਰ ਪ੍ਰਲੋਕ ਤੇ ਲੋਕ ਦਾ ਕੋਈ ਫਰਕ ਨਜ਼ਰ ਨਹੀਂ ਆਉਂਦਾ। ਫਿਰ ਲੋਕ ਪ੍ਰਲੋਕ ਦਾ ਕੋਈ ਫਰਕ ਨਹੀਂ, ਕੋਈ ਪ੍ਰਲੋਕ ਕੋਈ ਸੁਪਨਾ ਨਹੀਂ ਹੈ ਕੋਈ, ਕਿਉਂਕਿ ਪ੍ਰਲੋਕ ਉਹੀ ਹੈ ਵੀ ਜਦੋਂ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ, ਉਹੀ ਪ੍ਰਲੋਕ ਹੈ। केवल लफ्जी सुपने नहीं देखता मनुख, ना ही वो कोई सुपनिया की दुनिया अपनी जिंदगी बतीत करता है। आत्मा नूं परम आत्मा दे विच लीन करना जदों हो जाती है, इत्थे कोई फिर जाति, जन्म, उच्ची जात, नीवी जात कोई मायने नहीं रखती, क्योंकि इत्थे मनुखता दे विच रब नज़र आउंदा है। हर बंदे विचों रब दी होंद नजर आउण लग पैंदी है। जिस पता लग जाता है सब मैं जोत, जोत है सोए, ये गल समझ आ जाती है। सबे कट राम बोले, रामा बोले, राम बिना को बोले रे, ये गल समझ आ जाती है। पर कदों ये गुरमत का विराग इहो जिहा दस्सिया है। गुरमत का विराग घर छड्डण दा नहीं है। गुरमत का विराग विद्या यार स्वामी वर्गा नहीं है। गुरमत का विराग शंकराचार्य वर्गा नहीं है। गुरमत का विराग भरतरी वर्गा नहीं है। गुरमत का विराग महात्मा बुद्ध के दसे हुए मार्ग वर्गा विराग नहीं है। इत्थे तो मनुखता दे नाल प्रेम की कहानी दसी गई है, और मनुखता दे विच रहना, उहदे नाल मुहब्बत करनी, ते वो मुहब्बत भी केवल ओपरी ओपरी नहीं, वो है दिलों मुहब्बत जन सोई सच्चिया। वो है जिहड़ी दिलों मुहब्बत की गल की गई है। ये दिलों मुहब्बत ही असल विच विराग है सिੱਖੀ ਦਾ, ਜਾਂ ਸਿੱਖੀ ਦਾ विराग है। विराग की परिभाषा छोटी नहीं है। गुरमत ने परिभाषा को बड़ा विशाल किया है। विराग की परिभाषा में आत्मा जदों परम आत्मा दे विच लीन हुंदी है, ਇਹਦੇ ਮਨੁੱਖੀ ਗੁਣ ਤੇ ਵਿਚਾਰ सब बदल जाते, उत्तम हो जाते हैं। ਉਹਦੀ ਸੋਚ ਮੰਡਲ ਵਿੱਚ, ਉਹਦੇ
ਮਨ ਵਿੱਚ, ਉਹਦੇ ਕਰਮਾਂ ਵਿੱਚ, ਉਹਦੇ ਬੋਲਣ ਵਿੱਚ ਉਹ ਗੁਣ ਸਾਰੇ ਨਜ਼ਰ ਆਉਣੇ ਸ਼ੁਰੂ ਹੁੰਦੇ ਨੇ। ਕਿਵੇਂ ਪਤਾ ਲੱਗੇ ਵੀ ਆਤਮਾ ਪਰਮਾਤਮਾ ਦਾ ਹਿੱਸਾ ਬਣਦੀ? ਉਹਦੇ ਕਾਰ ਵਿਹਾਰ ਤੋਂ, ਉਹਦੇ ਬੋਲਣ ਦੇ ਢੰਗ ਤੋਂ, ਉਹਦੇ ਬਚਨਾਂ ਤੋਂ, ਮਨ ਬਚ ਕੇ ਕਰਮਾਂ ਕਰਕੇ ਗੱਲ ਜਿਹੜੀ ਨਜ਼ਰ ਆਉਂਦੀ। ਤੋ ਅਧਿਆਤਮਕ ਅਰਥਾਂ ਵਿੱਚ ਜੇ ਆਪਾਂ ਗੱਲ ਕਰੀਏ ਵੀ ਇਸ ਪ੍ਰਕਾਰ ਦਾ ਹੀ ਬੈਰਾਗ ਜਿਹੜਾ ਹੈ, ਉਹ ਚੀਜ਼ ਜਿਹਦੇ ਨਾਲ ਸਹਿਜ ਦੀ ਪ੍ਰਾਪਤੀ ਹੋ ਜਾਏ ਉਹਨੂੰ ਬੈਰਾਗ ਕਿਹਾ ਜਾਂਦਾ ਹੈ। ਜਿਹੜਾ ਸਹਿਜ ਜੋਗ ਵਿੱਚ ਸਾਨੂੰ ਲੈ ਕੇ ਚਲਾ ਜਾਏ। ਅਧਿਆਤਮਕ ਲਫ਼ਜ਼ਾਂ ਵਿੱਚ ਜੇ ਆਪਾਂ ਦੇ ਅਰਥ ਕਰਨੇ ਹੋਣ ਤਾਂ ਇਸ ਢੰਗ ਦੇ ਅਰਥ ਬਣਦੇ। ਭਰਾਤੀ ਰਾਗ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦੇ ਬਾਰੇ ਲਿਖਦੇ ਹਨ ਕਿ ਇੰਦਰੀ ਪੰਚ ਪੰਚੇ ਵਸ ਆਣੇ, ਕਿਵਾ ਸੰਤੋਖ ਗੁਰਮਤਿ ਪਾਵੈ, ਸੋ ਧਨ ਧਨ ਹਰ ਜਨ ਵੱਡ ਪੂਰਾ, ਜੋ ਭੈ ਬਿਰਾਗ ਹਰ ਗੁਣ ਗਾਵੇ। ਇਹ ਪ੍ਰਭਾਤੀ ਰਾਗ ਵਿੱਚ 1334 ਤੇ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਬਚਨ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਗੱਲ ਜਦੋਂ ਕਰਦੇ ਨੇ, ਉਹ ਕਹਿੰਦੇ ਨੇ ਬੂਝ ਬਿਰਾਗ ਕਰੇ ਜੇ ਹੋਏ, ਜਨਮ ਮਰਨ ਫਿਰ ਸੋਗ ਨਾ ਹੋਏ। ਤੋ ਇਹ ਐਸੀ ਇੱਕ ਅਵਸਥਾ ਦੀ ਗੱਲ ਜਿਹੜੀ ਕੀਤੀ ਹੈ, ਉਹਦੇ ਵਿੱਚ ਗੁਰਬਾਣੀ ਨੇ ਦੱਸਿਆ ਗੁਰਮੁਖ ਭੈ ਨਿਰਾਸ਼ ਪਰਮ ਸੁਖ ਪਾਇਆ। ਇਹ ਵਿਰਾਗ ਗੁਰਮੁਖ ਦਾ ਨਿਰਾਸ਼, ਸੰਸਾਰ ਤੋਂ ਉਪਰੰਤ ਤਾਂ ਨਿਰਾਸ਼ਤਾ ਨਹੀਂ ਹੈ। ਇੱਥੇ ਗੁਰਮੁਖ ਦਾ ਵਿਰਾਗ ਹੈ। ਗੁਰਮੁਖ ਭੈ ਨਿਰਾਸ਼ ਪਰਮ ਸੁਖ ਪਾਇਆ, ਵਿਚੇ ਗ੍ਰਹਿ ਉਦਾਸ ਅਲਿਪਤ ਲਿਵ ਲਾਇਆ। ਉਹਨਾਂ ਸੋਗ ਵਿਜੋਗ ਨਾ ਵਿਆਪਈ, ਹਰ ਭਾਣਾ ਭਾਇਆ। ਨਾਨਕ ਹਰ ਸਿੱਧੀ ਸਦਾ ਰਵ ਰਹੇ, ਧੁਰ ਲੈ ਮਿਲਾਇਆ। ਇਹ ਵੀ ਬਚਨ ਸਾਰਨ ਕੀ ਵਾਰ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਉਂਦਾ ਹੈ। ਵਿਰਾਗ ਦੀ ਗੱਲ ਵੀ ਗੁਰਮੁਖ ਭੈ ਨਿਰਾਸ਼ ਪਰਮ ਸੁਖ ਪਾਇਆ। ਨਿਰਾਸ਼ ਦਾ ਅਰਥ ਵਿਰਾਗ ਹੈ। ਗੁਰਮੁਖ ਦਾ ਵਿਰਾਗ ਇਹ ਹੈ ਜਦੋਂ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ। ਤੋ ਜੇ ਭਾਈ ਗੁਰਦਾਸ ਜੀ ਨਾਲ ਗੱਲ ਕਰਕੇ ਵੇਖੀਏ, ਭਾਈ ਸਾਹਿਬ ਜੀ ਤੁਹਾਡੀਆਂ ਨਜ਼ਰਾਂ ਵਿੱਚ ਗੁਰਮੁਖ ਦਾ ਵਿਰਾਗ ਕਿਹੋ ਜਿਹਾ ਹੈ? ਉਹ ਕਹਿੰਦੇ ਨੇ ਗੁਰਸਿੱਖ ਮਾਇਆ ਵਿੱਚ ਉਦਾਸੀ, ਸਨਮੁਖ ਵਿਲ ਪੰਚ ਆਖਿਨ ਬਿਰਧ ਪੈਚ ਪਰਮੇਸ਼ਰ ਪਾਸੀ। ਭਾਈ ਗੁਰਦਾਸ ਜੀ ਗੱਲ ਕਹਿੰਦੇ ਨੇ ਗੁਰਮੁਖ ਮਿਲ ਪਰਵਾਨ, ਪੰਚ ਸਾਧ ਸੰਗਤ ਸੱਚਖੰਡ ਬਿਲਾਸੀ। ਗੁਰਦਰਸ਼ਨ ਗੁਰ ਸ਼ਬਦ ਹੈ, ਨਿਜ ਘਰ ਭਾਏ ਭਗਤ ਰਹਿ ਰਾਸੀ। ਕਹਿੰਦੇ ਨੇ ਫਿਰ ਉਹਦਾ ਗੁਣ ਕਿਹੜੇ? ਇਸ ਵਿਰਾਗ ਦਾ ਪਤਾ ਕਿਵੇਂ ਲੱਗਦਾ ਹੈ? ਕਹਿੰਦੇ ਮਿੱਠਾ ਬੋਲਣ, ਨਿਵ ਚੱਲਣ, ਖਟ ਖਵਾਲਣ, ਆਸ ਨਿਰਾਸੀ। ਸਦਾ ਸਹਿਜ ਵਿਰਾਗ ਹੈ, ਕਲੀ ਕਾਲ ਅੰਦਰ ਪ੍ਰਗਾਸੀ। ਸਾਧ ਸੰਗਤ ਮਿਲ ਬੰਦ ਖਲਾਸੀ। ਉਹ ਵਿਰਾਗ ਦੇ ਲੱਛਣ ਕਿਹੜੇ ਹਨ? ਮਿੱਠਾ ਬੋਲਣ, ਨਿਵ ਚੱਲਣ, ਖਟ ਖਵਾਲਣ, ਆਸ ਨਿਰਾਸੀ। ਆਸਾਂ ਵਿੱਚ ਨਿਰਾਸ਼ ਰਹਿਣਾ, ਮਿੱਠਾ ਬੋਲਣਾ, ਨੀਵੇਂ ਚੱਲਣਾ, ਭਾਵ ਨਿਉ ਜਾਣਾ, ਨਿਮਰਤਾ ਨੂੰ ਹਾਸਲ ਕਰ ਲੈਣਾ। ਇਹ ਵਿਰਾਗ ਦੇ ਲੱਛਣ ਜੋ ਗੁਰਮਤਿ ਨੇ ਦੱਸੇ ਉਹ ਇਹ ਵਿਰਾਗ ਹੈ। ਤਾਂ ਗੱਲ ਕੀ ਹੈ? ਗੁਰਮਤਿ ਨੇ ਉਪਰਾਮਤਾ ਨਹੀਂ ਦੱਸੀ ਸਿੱਖੀ ਨੇ, ਸਗੋਂ ਮਨ ਬਿਰਤੀਆਂ ਨੂੰ ਨੀਵੀਆਂ ਕਾਮਨਾਵਾਂ ਵੱਲੋਂ ਰੋਕ ਕੇ ਕਿਸੇ ਉੱਚੇ ਆਦਰਸ਼ ਵੱਲ ਲਾਉਣਾ ਗੁਰਮਤਿ ਦਾ ਸਹੀ ਵਿਰਾਗ ਦੱਸਿਆ ਗਿਆ। ਸੰਸਾਰ ਨਾਲ ਨਫ਼ਰਤ ਕਰਕੇ ਨਹੀਂ, ਸੰਸਾਰ ਨੂੰ ਨਫ਼ਰਤ ਕਰਕੇ ਉਹਦਾ ਤਿਆਗ ਗੁਰਮਤਿ ਨੇ ਨਹੀਂ ਸਿਖਾਇਆ। ਗੁਰਮਤਿ ਨੇ ਮਨੁੱਖੀ ਜੀਵਨ ਦੀ ਉਸਾਰੀ ਕੀਤੀ ਹੈ, ਮਨੁੱਖੀ ਜੀਵਨ ਨੂੰ ਘੜਿਆ ਹੈ, ਘੜਨ ਦੀ ਗੱਲ ਕੀਤੀ ਹੈ। ਜੀਵਨ ਦੀਆਂ ਖੁਸ਼ੀਆਂ ਤੇ ਪਦਾਰਥ ਹੁੰਦਿਆਂ ਹੋਇਆਂ ਵੀ ਆਤਮਿਕ ਭੁੱਖ ਦਾ ਹੋਣਾ ਵਿਰਾਗ ਦੱਸਿਆ ਗਿਆ ਹੈ। ਮਿਲਾਪ ਦੀ ਭੁੱਖ ਹੋਣਾ, ਆਤਮਿਕ ਭੁੱਖ ਤੋਂ ਮਤਲਬ ਮਿਲਾਪ ਦੀ ਭੁੱਖ ਹੋਣਾ। ਕਿਹਦੀ ਮਿਲਾਪ? ਪਰਮ ਪਿਤਾ ਪਰਮੇਸ਼ਰ ਦੇ ਨਾਲ ਮਿਲਾਪ। ਗੁਰਮਤਿ ਕਹਿੰਦੀ ਵਿਰਾਗ ਇੱਕ ਨਿਰਮਲ ਧਾਰਾ ਹੈ। ਗੁਰਮਤਿ ਵਿਰਾਗ ਦੀ ਜਦੋਂ ਗੱਲ ਕਰਦੀ ਹੈ, ਕਹਿੰਦੇ ਵਿਰਾਗ ਇੱਕ ਨਿਰਮਲ ਧਾਰਾ ਹੈ ਜੋ ਮਨ ਦੀ ਮਲੀਨਤਾ ਨੂੰ ਸਾਫ਼ ਕਰ ਦਿੰਦੀ ਹੈ। ਤੋ ਇੱਥੇ ਜਿਹੜੀ ਗੁਰਮਤਿ ਦੀ ਫਿਲਾਸਫੀ ਕੀਤੀ, ਉਹ ਕਹਿੰਦੇ ਇਹ ਮਨ
ਇੱਕ ਨਿਰਮਲ ਧਾਰਾ ਹੈ ਜਿਹੜੇ ਮਨ ਦੀ ਬੰਦਗੀ ਨੂੰ ਲਾ ਦਿੰਦੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਦਾ ਜ਼ਿਕਰ ਕੀਤਾ, ਜਿਹੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਭਾਗ। ਤੋ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਵੈਰਾਗ ਉੱਤਮ ਚੀਜ਼ ਹੈ। ਵਿਚਾਰ ਕਰਕੇ ਮਤ ਸੰਸਾਰਿਕ ਦੁੱਖਾਂ ਤੋਂ ਤੰਗ ਆ ਕੇ ਪ੍ਰਾਪਤ ਹੋਇਆ ਵੈਰਾਗ ਨਿਖਿਧ ਹੈ। ਪਦਾਰਥਾਂ ਦਾ ਨਾ ਹੋਣਾ ਵੈਰਾਗ ਨਹੀਂ ਜਾਂ ਤਿਆਗ ਨਹੀਂ, ਬਲਕਿ ਸਭ ਕੁਝ ਹੁੰਦਿਆਂ ਹੋਇਆ ਨਿਰਲੇਪ ਰਹਿਣਾ ਤਿਆਗ ਹੈ। ਇਹ ਵੈਰਾਗ ਹੈ, ਗੁਰਮਤਿ ਦਾ ਵੈਰਾਗ ਇਹ ਹੈ। ਤੇ ਜਿਹੜੇ ਇਸ ਵੈਰਾਗ ਦੇ ਵਿੱਚ ਪਹੁੰਚਦੇ ਹਨ ਉਹਨਾਂ ਦਾ ਜ਼ਿਕਰ ਕੀਤਾ ਗੁਰਮਤਿ ਫਿਲਾਸਫੀ ਨੇ। ਹਉ ਸਦਕੇ ਤਿਨਾ ਗੁਰ ਸਿੱਖਾਂ, ਸਤਿਗੁਰ ਨੂੰ ਮਿਲ ਆਪ ਗਵਾਇਆ। ਇਹ ਵਿਰਾਗ ਹੈ, ਆਪਾ ਭਾਵ ਗਵਾ ਗਿਆ। ਹਉ ਸਦਕੇ ਤਿਨਾ ਗੁਰ ਸਿੱਖਾਂ, ਕਰਨ ਉਦਾਸੀ ਅੰਦਰ ਮਾਇਆ। ਇਹ ਵਿਰਾਗ ਹੈ, ਪਦਾਰਥ ਹੁੰਦਿਆਂ ਹੋਇਆ ਉਦਾਸ ਰਹਿਣਾ। ਹਉ ਸਦਕੇ ਤਿਨਾ ਗੁਰ ਸਿੱਖਾਂ, ਗੁਰਮਤਿ ਗੁਰ ਚਰਨੀ ਚਿਤ ਲਾਇਆ। ਹਉ ਸਦਕੇ ਤਿਨਾ ਗੁਰ ਸਿੱਖਾਂ, ਬਾਹਰ ਜਾਂਦਾ ਵਰਜ ਰਹਾਇਆ। ਹਉ ਸਦਕੇ ਤਿਨਾ ਗੁਰ ਸਿੱਖਾਂ, ਆਸਾ ਵਿੱਚ ਨਿਰਾਸ਼ ਬੁਲਾਇਆ। ਤੇ ਭਾਈ ਸਾਹਿਬ ਕਹਿੰਦੇ ਸਤਿਗੁਰੂ ਦਾ ਉਪਦੇਸ਼ ਦੇਣਾ ਹੈ, ਗੁਰਮਤਿ ਦਾ ਵਿਰਾਗ ਹੈ। ਗੁਰਮਤਿ ਨੇ ਜਾਂ ਗੁਰੂ ਸਾਹਿਬ ਜੀ ਨੇ ਇਸ ਵਿਰਾਗ ਨੂੰ, ਵਿਰਾਗ ਦੀ ਸੂਝ ਨੂੰ, ਇਸ ਗੁਰਮਤਿ ਦੇ ਨਿਸ਼ਕਾਮ ਤੇ ਵਿਰਾਗ ਨੂੰ ਕੁਦਰਤ ਦੇ ਵਿੱਚੋਂ ਉਦਾਹਰਨਾਂ ਲੈ ਕੇ ਸਾਡੇ ਸਾਹਮਣੇ ਰੱਖਿਆ ਹੈ। ਜਿਵੇਂ ਭਾਰਤੀ ਸੰਸਕ੍ਰਿਤੀ ਵਿੱਚ ਕਵਲ ਦੇ ਨੂੰ ਫੁੱਲਾਂ ਦਾ ਰਾਜਾ ਬਣਿਆ ਗਿਆ, ਇਹ ਬਲਕਿ ਪੁਰਾਣੀਆਂ ਕਥਾ ਦੇ ਵਿੱਚ ਵੀ ਇਹਦਾ ਜ਼ਿਕਰ ਜਿਹੜਾ ਆਉਂਦਾ ਹੈ। ਈਵਨ ਬੋਧੀਆਂ ਦੇ ਵਿੱਚ ਵੀ ਇਸ ਕਵਲ ਦੀ ਜਿਹੜੀ ਗੱਲ ਜਿਹੜੀ ਉਹਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ, ਕਵਲ ਦੇ ਫੁੱਲ ਨੂੰ। ਤੋ ਇਸ ਕਵਲ ਦੇ ਫੁੱਲ ਦੀ ਉਦਾਹਰਨ ਜਦੋਂ ਗੁਰੂ ਪਾਤਸ਼ਾਹ ਜੀ ਨੇ ਦਿੱਤੀ ਅਧਿਆਤਮਿਕ ਮੰਡਲ ਦੇ ਵਿੱਚ, ਉਹਦਾ ਜ਼ਿਕਰ ਕੀਤਾ ਗੁਰੂ ਸਾਹਿਬ ਜੀ ਨੇ ਵੀ ਇਹ ਫੁੱਲ ਭਾਵੇਂ ਪਾਣੀ ਵਿੱਚ ਰਹਿੰਦਾ ਹੈ, ਫਲਦਾ ਫੁੱਲਦਾ ਪਾਣੀ ਦੇ ਵਿੱਚ ਹੈ, ਪੱਤਿਆਂ ਦੇ ਇਹ ਕਦੀ ਭਿੱਜਣ ਨਹੀਂ ਦਿੰਦਾ, ਗੰਦਗੀ ਵਿੱਚ ਰਹਿੰਦਿਆਂ ਹੋਇਆ ਵੀ ਸਾਫ਼ ਸੁਥਰਾ ਰਹਿੰਦਾ ਹੈ, ਅਲੇਪ ਰਹਿੰਦਾ ਹੈ। ਇਹ ਫੁੱਲ ਕਮਲ ਦੀ ਗੱਲ ਕਰਦਿਆਂ ਦੱਸਿਆ ਵੀ ਉਸ ਮਨੁੱਖ ਲਈ ਜੋ ਗ੍ਰਸਥ ਦੇ ਸਾਰੇ ਕਾਰ ਵਿਹਾਰ ਤਾਂ ਨਿਭਾਉਂਦਾ ਹੈ, ਪਰ ਆਪਣੇ ਮਨ ਤੇ ਹਿਰਦੇ ਨੂੰ ਵੀ ਭੈ, ਮੋਹ ਤੇ ਮਨੁੱਖਾ ਜੀਵਨ ਦੇ ਵਿੱਚ ਜਿਹੜੇ ਬਹੁਤ ਪ੍ਰਭਾਵ ਪਾਉਣ ਵਾਲੇ ਹਨ, ਉਹਨਾਂ ਦਾ ਪ੍ਰਭਾਵ ਵੀ ਕਬੂਲ ਨਹੀਂ ਕਰਦਾ, ਉਹਦਾ ਤੋਂ ਅਲੇਪ ਰੱਖਦਾ ਹੈ। ਤਾਂ ਅਜਿਹੇ ਮਨੁੱਖ ਨੂੰ ਦਰਸਾਉਣ ਦੇ ਲਈ ਹੀ ਕਮਲ ਦੇ ਫੁੱਲ ਦੀ ਉਦਾਹਰਨ ਜਿਹੜੀ ਹੈ ਉਹ ਗੁਰੂ ਸਾਹਿਬ ਜੀ ਨੇ ਬਾਣੀ ਵੀ ਦਿੱਤੀ ਹੈ। ਦੂਜੀ ਉਦਾਹਰਨ ਮੁਰਗਾਬੀ ਦੀ ਦਿੱਤੀ ਹੈ। ਜਦੋਂ ਮੈਂ ਨਿਰਲੇਪਤਾ ਦੀ ਗੱਲ ਕੀਤੀ, ਵਿਰਾਗ ਦੀ ਗੱਲ ਕੀਤੀ, ਨਿਰਲੇਪਤਾ ਦੀ ਗੱਲ ਕੀਤੀ, ਉਹ ਮੁਰਗਾਬੀ ਦੀ ਮਿਸਾਲ ਦਿੱਤੀ ਹੈ। ਨਿੱਕਾ ਜਿਹਾ ਪੰਛੀ ਹੈ, ਖੂਬਸੂਰਤ ਮੁਰਗਾਬੀ, ਪਾਣੀ ਵਿੱਚ ਚੰਚਲਤਾ, ਇਹਦੀ ਚੁਸਤੀ, ਇਧਰ ਉਧਰ ਤਾਰੀਆਂ ਲਾਉਂਦਾ ਆਮ ਨਜ਼ਰ ਆਉਂਦਾ। ਇਹ ਘੱਟ ਹੀ ਆਰਾਮ ਨਾਲ ਬੈਠਦਾ ਪੰਛੀ, ਹਰ ਵੇਲੇ ਤੁਰਦਾ ਰਹਿੰਦਾ, ਬਹੁਤ ਘੱਟ ਆਰਾਮ ਨਾਲ ਬੈਠਦਾ, ਸਗੋਂ ਹਰ ਵੇਲੇ ਤਾਰੀਆਂ ਲਾਉਂਦਾ ਰਹਿੰਦਾ ਪਾਣੀ ਦੇ ਉੱਤੇ। ਫਿਰ ਵੀ ਇਹਨਾਂ ਪਾਣੀ ਦੇ ਉੱਤੇ ਤਾਰੀਆਂ ਲਾਉਣ ਦੇ ਬਾਵਜੂਦ ਵੀ ਆਪਣੇ ਖੰਭਾਂ ਨੂੰ ਪਾਣੀ ਦੇ ਵਿੱਚ ਭਿੱਜਣ ਨਹੀਂ ਦਿੰਦਾ। ਦੇਖੋ ਗੁਰੂ ਸਾਹਿਬ ਜੀ ਨੇ ਉਦਾਹਰਨਾਂ ਜਿਹੜੀਆਂ ਦਿੱਤੀਆਂ ਕਮਾਲ ਦੀਆਂ ਦਿੱਤੀਆਂ। ਕਹਿੰਦੇ ਭਿੱਜਦਾ ਹੀ ਨਹੀਂ, ਇਹਦੇ ਖੰਭ ਭਿੱਜਦੇ ਹੀ ਨਹੀਂ, ਭਾਵੇਂ ਪਾਣੀ ਵਿੱਚ ਬੜੀ ਫੁਰਤੀ ਦੇ ਨਾਲ ਤਾਰੀਆਂ ਲਾਉਂਦਾ ਹੈ, ਪਰ ਪਾਣੀ ਦਾ ਇਸਦੇ ਸਰੀਰ ਦੇ ਹਿੱਸੇ ਦੇ ਖੰਭਾਂ ਵਾਲੇ ਹਿੱਸੇ ਤੇ ਕੋਈ ਅਸਰ ਨਹੀਂ ਹੁੰਦਾ। ਸਹਿਜ ਯੋਗ ਵੀ ਸਿੱਖੀ ਦੇ ਨੂੰ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਇਹਨੂੰ ਸਹਿਜ ਯੋਗ ਕਿਹਾ, ਵਿਰਾਗ ਕਿਹਾ। ਸ਼ਰਤ ਹੈ ਕਿ ਉਹ ਮੋਹ ਮਾਇਆ ਵਿਸ਼ਿਆ ਵਿਕਾਰਾਂ ਦੇ ਆਲ ਜੰਜਾਲ ਵਿੱਚ ਨਾ ਫਸੇ
ਉਹਨਾਂ ਤੋਂ ਅਲੇਵ ਹੋ ਕੇ ਆਪਣੀ ਜ਼ਿੰਦਗੀ ਜੀਵੇ। ਸਿੱਧ ਗੋਸ਼ਟ ਦੀ ਬਾਣੀ 'ਚ ਅਸੀਂ ਪੜ੍ਹਿਆ ਸੀ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਨੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਨੇ ਰਹੇ ਇਕਾਂਤ ਇੱਕੋ ਮਨ ਵਸਿਆ ਆਸਾ ਮਾਹੇ ਨਿਰਾਸੋ ਅਗੰਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਾਸੋ। ਇਹ ਬਚਨਾ ਸੀ ਸਿੱਧ ਗੋਸ਼ਟ ਵਿੱਚ ਜਦੋਂ ਵਿਚਾਰ ਕੀਤੀ ਪੜ੍ਹੇ ਸੀ। ਮਾਇਆ ਦਾ ਮੋਹ ਬੜਾ ਬਲਵਾਨ ਹੈ। ਗੁਰੂ ਅਰਜਨ ਦੇਵ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਵੀ ਮਾਇਆ ਦਾ ਮੋਹ ਬੜਾ ਬਲਵਾਨ ਹੈ। ਇਹ ਮਨੁੱਖ ਨੂੰ ਪਾਪਾਂ ਦੀ ਕਾਲ ਖਿਲਾ ਦਿੰਦਾ ਹੈ। ਪਾਪ ਭਾਵ ਪਰਮੇਸ਼ਰ ਨਾਲ ਵਿਛੋੜਾ ਬਣਾ ਦਿੰਦਾ ਹੈ। ਪਾਪ ਉਹ ਕਰਮ ਹੈ ਜਿਹਦਾ ਰੱਬ ਭੁੱਲ ਜਾਂਦਾ ਹੈ। ਪਾਪ ਹੋਰ ਕੋਈ ਨਹੀਂ, ਜਿਹੜੇ ਕੰਮ ਕਰਨ ਨਾਲ ਪਰਮੇਸ਼ਰ ਦੀ ਯਾਦ ਭੁੱਲ ਜਾ, ਰੱਬ ਭੁੱਲ ਜਾਏ, ਉਹ ਪਾਪ ਕਰਮ। ਪਰ ਜਿਹੜੇ ਪਰਮੇਸ਼ਰ ਦੇ ਭਗਤ ਹਨ ਉਹ ਮਾਇਆ ਦੇ ਇਸ ਮੋਹ ਤੋਂ ਵੀ ਉੱਚੇ ਉੱਠ ਕੇ ਜ਼ਿੰਦਗੀ ਨੂੰ ਬਤੀਤ ਕਰਦੇ ਹਨ। ਤਾਂ ਉਹਨਾਂ ਬਾਰੇ ਗੁਰੂ ਸਾਹਿਬ ਜੀ ਨੇ ਗੁਰਮਤਿ ਦੇ ਵਿਰਾਗ ਦੀ ਜੋ ਗੱਲ ਕੀਤੀ ਤਾਂ ਉੱਥੇ ਆਸਾ ਰਾਗ 'ਚ ਲਿਖਦੇ ਨੇ, ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬਾਗਾ। ਮੇਰਾ ਤਾਂ ਸਾਰਿਆਂ ਨੂੰ ਕਿ ਹੱਸਣਾ ਖੇਡਣਾ ਹੈ। ਬਾਹਰ ਸੂਤ ਸਗਲ ਸਿਉ ਮੌਲਾ ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ। ਇਹ ਵੀ ਗੱਲ ਦਿੱਤੀ। ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਇਸ ਵਾਰ ਵਿਰਾਗ ਦੀ ਗੱਲ ਕੀਤੀ ਗਈ। ਜਦੋਂ ਵਾਰ ਪੰਜਵੀਂ ਦੇ ਵਿੱਚ 13ਵੀਂ ਪੌੜੀ ਉਹਨਾਂ ਦੀ ਆਉਂਦੀ ਹੈ, ਉਹਦੇ ਚੋਂ ਲਿਖਦੇ ਨੇ, ਸਤਿਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਾਹ ਚਲਾਇਆ ਪੰਜ ਦੂਤ ਕਰ ਭੂਤ ਵਸ ਦੁਰਮਤ ਦੂਜਾ ਭਾਉ ਮਿਟਾਇਆ ਸ਼ਬਦ ਸੁਰਤ ਲਿਵ ਚਲਣਾ ਜਮ ਜਗਾਤੀ ਨੇੜ ਨਾ ਆਇਆ ਬੇਮੁਖ 12 ਵਾਟ ਕਰ ਸਾਧ ਸੰਗਤ ਸਚਖੰਡ ਵਸਾਇਆ ਜਿਉ ਜਲ ਅੰਦਰ ਕਮਲ ਹੈ ਮਾਇਆ ਵਿੱਚ ਉਦਾਸ ਰਹਾਇਆ ਆਪ ਗਵਾਏ ਨਾ ਆਪ ਗਨਾਇਆ। बड़ी डूंगी फिलॉसफी है। आप गवाइए ता शो पाइए और कैसी चतुराई। गुरु नानक साहब भी यही गल कहते हैं। गुरमत का विराग आप गवाना है, अपने आप को हौमे को खत्म करना है। जब तक अपना भाव नहीं गवाया जाता उदों तक उस शौ को पाया भी नहीं जा सकता, ना ही उहदे नाल मिलाप हो सकता है। तो अनेका ही दृष्टांत गुरमत ने इस विराग बारे दिते हैं। तो जे असी गल सोचते हैं असल विच कवल दे फुल दा दुर्गाबी दा ये दृष्टांत जिहड़ा है ये चंगे सूझ-बूझ वाले जीवन की कहानी है। जे असी दूजे पासे नूं देखते हैं भी क्यों दृष्टांत दिते गए, क्यों जापदा भी एक बड़ा चंगा सूझ-बूझ वाला जीवन जीवन की एक जाच दसी गई है। असी जीवन किवें जीना है। जिहड़े सियाणे मनुख हन संसारी जीवन तो घबरदे नहीं, संसारी जीवन का त्याग नहीं करते, ना ही जिंदगी की खेड नूं उसदे जिंदगी दे उहदा चावां नूं कदी त्यागदे हन। पर उस सत दे ज्ञान भाव उस परम पिता परमेश्वर के ज्ञान हमेशा ही अपने नाल रखते हैं। गुरमत का विराग ये गल कहता है। उन्होंने पता है संसार करते मालिक का एक खेड है, एक गुसाई का पहलवानड़ा है। इत्थे छिंझ इकट्ठी हुई है, सारे आपो अपनी वारी नाल कुश्तियां लड़ रहे हैं। उन्हें गल सारी समझ आ जाती है। तो जदों ये गल समझ आ जाती है वो इसनूं कदी अपना नहीं जानता, वो इन्हां नाल पकड़ नहीं बनाउंदा, गंढ पीढ़ियां नहीं मारता। जदों ये गल समझ आ गई, जे जाना लड़ सिजना पीढ़ी पाई गंढ, सलोक फरीद जी का
ਇਹ ਸ਼ਲੋਕ ਜਦੋਂ ਯਾਦ ਆ ਗਿਆ ਵੀ ਜੇ ਮੈਨੂੰ ਪਤਾ ਹੋਵੇ ਲੜ ਟੁੱਟ ਜਾਣਾ ਤਾਂ ਮੈਂ ਪੀਢੀ ਗੰਢ ਪਾ ਲੈਂਦਾ। ਗੁਰਮਤਿ ਦੀ ਫਿਲਾਸਫੀ ਦੇ ਵਿੱਚ ਪੀਢੀ ਗੰਢ ਪਾਉਣ ਦੀ ਗੱਲ ਕੀਤੀ ਗਈ ਹੈ। ਉਹ ਗੰਢ ਕਿਹਦੇ ਨਾਲ? ਉਸ ਮਾਲਕ ਨਾਲ, ਉਸ ਪਰਮ ਪਿਤਾ ਦੇ ਨਾਲ। ਜਦੋਂ ਇਹ ਸਮਝ ਆ ਗਈ ਵੀ ਲੜ ਟੁੱਟ ਜਾਣਾ ਹੈ, ਛਿੱਜਣ ਵਾਲਾ ਹੈ, ਛਿੱਜ ਜਾਣਾ ਹੈ, ਛਿੱਜੇ ਹੋਏ ਕੱਪੜੇ ਦੀ ਕੋਈ ਵੈਲਿਊ ਨਹੀਂ ਹੁੰਦੀ, ਇਸ ਜੀਵਨ ਦੀ ਕੋਈ ਵੈਲਿਊ ਨਹੀਂ। ਜੇ ਇੱਕ ਨਾਸ਼ਵਾਨ ਹੈ, ਅਨਿਤ ਹੈ, ਤਾਂ ਫਿਰ ਉਹਨੇ ਕਰਨਾ ਕੀ ਹੈ? ਗੰਢ ਪੀਢੀ ਪਾਉਣ ਦੀ ਗੱਲ ਕੀਤੀ। ਉਹ ਪੀਢੀ ਗੰਢ ਹੀ ਅਸਲ ਵਿੱਚ ਵਿਰਾਗ, ਇਹਨੂੰ ਪੀਢੀ ਗੰਢ ਦਾ ਨਾਮ ਵੀ ਦਿੱਤਾ ਗਿਆ ਗੁਰਮਤਿ ਦੇ ਵਿੱਚ, ਗੁਰਮਤਿ ਦੀ ਫਿਲਾਸਫੀ ਦੇ ਵਿੱਚ ਉਹਦਾ ਨਾਮ ਵੀ ਦਿੱਤਾ ਗਿਆ। ਉਹਨੂੰ ਇਹ ਗੱਲ ਜਦੋਂ ਸਮਝ ਆ ਜਾਂਦੀ ਹੈ ਵੀ ਸੰਸਾਰ ਦੀ ਖੇਡ ਖੇਡਣ ਲਈ ਹੈ, ਇਹ ਖੇਡ ਚਲਾਇਮਾਨ ਹੈ, ਚੱਲਣ ਵਾਲੀ ਹੈ। ਜਿਸ ਆਤਮਾ ਨੇ ਸਤ ਸਰੂਪ ਦੀ ਪ੍ਰਾਪਤੀ ਨੂੰ ਆਪਣਾ ਪਰਮ ਪ੍ਰਯੋਜਨ ਸਮਝ ਲਿਆ, ਆਪਣੇ ਜੀਵਨ ਦਾ ਮਨੋਰਥ ਬਣਾਇਆ ਹੈ, ਉਸ ਨੂੰ ਜਗਤ ਵਿੱਚ ਕਦੇ ਵੀ ਇਹ ਸੰਸਾਰ ਦਾ ਮੋਹ ਨਹੀਂ ਹੋ ਸਕਦਾ। ਭਾਵ ਸੰਸਾਰ ਦਾ ਮੋਹ ਨੂੰ ਆਪਣੇ ਰਸਤੇ ਤੋਂ ਰੋਕ ਨਹੀਂ ਸਕਦਾ। ਜਿਹਦੇ ਪ੍ਰਯੋਜਨ ਸਮਝ ਆ ਗਏ। ਦੁਖਾਂਤ ਇਹ ਹੈ ਕਿ ਇਸ ਮਨੁੱਖਤਾ ਨੂੰ ਆਪਣੇ ਜੀਵਨ ਦੇ ਪ੍ਰਯੋਜਨ ਜਾਂ ਜੀਵਨ ਦੇ ਮਨੋਰਥ ਦੀ ਸਮਝ ਨਹੀਂ ਆਈ। ਮੇਰਾ ਜੀਵਨ ਮਿਲਿਆ ਕਿਸ ਕਰਕੇ, ਇਹ ਸਮਝ ਨਹੀਂ ਆਈ। ਅਸੀਂ ਵੀ ਆਪਣੇ ਪਰਿਵਾਰਾਂ ਸਮਾਜ ਵਿੱਚ ਵਿਚਰਦਿਆਂ ਹੋਇਆ ਵੀ ਜੀਵਨ ਦੇ ਮਨੋਰਥ ਨੂੰ ਨਹੀਂ ਸਮਝ ਸਕੇ। ਸੱਚਮੁੱਚ ਜੇ ਜੀਵਨ ਦੇ ਮਨੋਰਥ ਨੂੰ ਸਮਝ ਲੈਂਦੇ ਤਾਂ ਅਸੀਂ ਵੀ ਉਸ ਵਿਰਾਗ ਤੱਕ ਪਹੁੰਚ ਜਾਂਦੇ, ਜਿਸ ਵਿਰਾਗ ਵਿੱਚ ਮਿਲਾਪ ਹੈ, ਜਿਸ ਵਿਰਾਗ ਵਿੱਚ ਸਦਾ ਆਨੰਦ ਹੈ, ਜਿਸ ਵਿਰਾਗ ਵਿੱਚ ਸਦਾ ਚਾਉ ਹੈ, ਜਿਸ ਵਿਰਾਗ ਵਿੱਚ ਸਦਾ ਮਨ ਚਾਉ ਦੀ ਕਹਾਣੀ ਹੈ, ਜਿਸ ਵਿਰਾਗ ਵਿੱਚ ਕੇਵਲ ਮਿਲਾਪ ਹੀ ਮਿਲਾਪ ਹੈ, ਜਿਸ ਵਿਰਾਗ ਵਿੱਚ ਕੋਈ ਤਿਆਗ ਹੀ ਨਹੀਂ ਹੈ। ਜੀ ਉਸ ਵਿਰਾਗ ਦੀ ਗੱਲ ਗੁਰਮਤਿ ਦੇ ਵਿੱਚ ਪਹੁੰਚ ਜਾਂਦੇ। ਪਰ ਸਾਨੂੰ ਕਿਉਂ ਜੀਵਨ ਦਾ ਮਨੋਰਥ ਸਮਝ ਨਹੀਂ ਆਇਆ? ਨਾ ਸਮਝਦਾ ਹੋਣ ਕਰਕੇ ਹੀ ਅਸੀਂ ਉਹਦੇ ਵਿੱਚ ਉਸੇ ਪਕੜ ਵਿੱਚ ਹੀ ਤੁਰੇ ਫਿਰਦੇ ਹਾਂ। ਉਹ ਤੋਂ ਉੱਚਾ ਉੱਠਣ ਦਾ ਯਤਨ ਵੀ ਨਹੀਂ ਕਰਦੇ। ਜੇ ਯਤਨ ਨਹੀਂ ਕਰਦੇ, ਯਤਨਸ਼ੀਲ ਹੀ ਨਹੀਂ ਹੁੰਦੇ, ਤੇ ਕਰਤੇ ਦੀ ਮਿਹਰ ਦੀ ਆਸ, ਅਸੀਂ ਬਖਸ਼ਿਸ਼ ਦੀ ਉਮੀਦ ਕਿਵੇਂ ਰੱਖ ਸਕਦੇ ਹਾਂ? ਕਈ ਵਾਰ ਕਹਿੰਦੇ ਆਪੇ ਕਿਰਾਏ ਤੇ ਕਰੇਗਾ, ਪਰ ਕੁਝ ਸਾਡੀਆਂ ਡਿਊਟੀਆਂ ਹਨ, ਸਾਡੇ ਫਰਜ਼ ਹਨ। ਜਦ ਤੱਕ ਸਾਡੀ ਫਰਜ਼ਾਂ ਦੀ ਪੂਰਤੀ ਨਹੀਂ ਕਰਦੇ, ਉਨੀ ਦੇਰ ਤੱਕ ਅਸੀਂ ਉਹ ਦੂਜੇ ਤੋਂ ਵੀ ਆਸ ਨਹੀਂ ਰੱਖ ਸਕਦੇ, ਜਾਂ ਨਹੀਂ ਰੱਖਣੀ ਚਾਹੀਦੀ ਕਿ ਉਹ ਸਾਡੇ ਉੱਤੇ ਕਿਰਪਾ ਕਰ ਦੇਵੇਗਾ। ਫਰਜ਼ ਪੂਰੇ ਕਰਨੇ ਪੈਣਗੇ। ਜਿਵੇਂ ਅਸੀਂ ਜੌਬ ਕਰਦੇ ਆ ਕੋਈ ਆਫਿਸ ਦੇ ਵਿੱਚ, ਤੇ ਬੌਸ ਨੂੰ ਖੁਸ਼ ਤਾਂ ਕਰਨਾ ਚਾਹੁੰਦੇ ਆ, ਪਰ ਉਹਦੀ ਆਪਣੀ ਡਿਊਟੀ ਪੂਰੀ ਨਹੀਂ ਕਰਨੀ ਚਾਹੁੰਦੇ, ਕੰਮ ਪੂਰਾ ਨਹੀਂ ਕਰਨਾ ਚਾਹੁੰਦੇ, ਤਾਂ ਇਸ ਢੰਗ ਦੇ ਨਾਲ ਬੌਸ ਕਦੀ ਖੁਸ਼ ਨਹੀਂ ਹੁੰਦਾ। ਇਸ ਵਾਸਤੇ ਪਹਿਲਾਂ ਆਪਣੀ ਡਿਊਟੀਆਂ ਨੂੰ ਜਿਹੜਾ ਬੜਾ ਸਮਝਣਾ ਪਏਗਾ। ਇਹ ਸਮਝਣਾ ਪਏਗਾ ਵੀ ਜਗਤ ਦਾ ਮੋਹ ਜਿਹੜਾ ਹੈ ਇਹ ਥੋੜ੍ਹਾ ਚਿਰਾ ਹੈ, ਅਸਲ ਵਿੱਚ ਸਦੀਵ ਰਹਿਣ ਵਾਲਾ ਉਸ ਪਰਮ ਪਿਤਾ ਪਰਮੇਸ਼ਰ ਦੀ ਯਾਦ ਹੈ। ਜਦੋਂ ਇਹ ਗੱਲ ਯਾਦ ਅੰਦਰ ਹੀ ਵਸ ਗਈ, ਫਿਰ ਉਹ ਕਦੀ ਵੀ ਦੁਨੀਆ ਦੇ ਧੰਦਿਆਂ ਪਦਾਰਥਾਂ ਜਾਂ ਮੋਹ ਮਮਤਾ ਵਿੱਚ ਖਚਤ ਨਹੀਂ ਹੋਏਗਾ। ਜਦੋਂ ਇਹ ਗੱਲ ਸਮਝ ਆ ਗਈ, ਜਦੋਂ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਸ ਜ਼ਰੀਆ ਗੱਲ ਦੀ ਸਮਝ ਆ ਗਈ, ਉਦੋਂ ਮਨੁੱਖ ਉਸ ਕਹਾਣੀ ਵਿੱਚ ਨਹੀਂ ਪਵੇਗਾ। ਤੇ ਜਦੋਂ ਨਹੀਂ ਹੋਏਗੀ ਤਾਂ ਫਿਰ ਵਿਖ ਫਲ ਮੀਠ ਲਗੇ ਮਨ ਬੋਰੇ, ਚਾਰ ਵਿਚਾਰ ਨੇ ਜਾਣਿਆ, ਗੁਨਾਹ ਤੇ ਪ੍ਰੀਤ ਬੜੀ ਅਨਭਾਂਤੀ, ਜਨਮ ਮਨ ਫਿਰ ਤਾਨਿਆਂ ਵਾਲੀ ਅਵਸਥਾ ਚਲਾ ਜਾਏਗਾ। ਉਹ ਗੇੜ ਉਸੇ ਤਰ੍ਹਾਂ ਬਣਦਾ ਰਹੇਗਾ। ਅਸੀਂ ਇਸ ਭਰਮ ਭੁਲੇਖੇ ਚੋਂ ਬਾਹਰ ਨਿਕਲੀਏ ਬਈ ਨਹੀਂ ਜੀ ਕੁਛ ਨਹੀਂ ਹੈ, ਕੁਛ ਹੈ ਨਹੀਂ ਹੈ ਜੀ, ਅਸੀਂ ਆਹ ਕਰ ਲਿਆ, ਉਹ ਕਰ ਲਾ, ਬਸ ਜੋ ਇੱਥੇ ਕਰ ਗਏ ਉਹੀ ਠੀਕ ਹੈ। ਕਿਉਂ ਨਹੀਂ ਹੈ? ਉੱਥੇ ਇਹ ਮਾਤਾ ਸਾਨੂੰ ਇਸ ਗੱਲ ਸਮਝ ਵੀ ਉੱਥੇ ਨਹੀਂ ਹੈ। ਕੀ ਨਹੀਂ ਹੈ? ਕਿਉਂ ਨਹੀਂ ਹੈ? ਜਨਮ ਮਰਨ ਫਿਰ ਤਾਨਿਆਂ ਦਾ ਗੱਲ ਅੱਗੇ ਕਹਾਣੀ ਖੜੀ ਹੈ, ਕਿਵੇਂ ਮੁੱਕਰ ਸਕਦੇ ਇਸ ਗੱਲ ਦੇ ਉੱਤੋਂ? ਅਸੀਂ ਕਿਵੇਂ ਉਦੋਂ ਇਨਕਾਰੀ ਹੋ ਸਕਦੇ ਜਿਹੜੀ ਫਿਲਾਸਫੀ ਗੁਰਮਤਿ ਨੇ ਦਿੱਤੀ ਹੈ? ਪਰ ਉਹਨਾਂ ਲਈ ਜਿਨ੍ਹਾਂ ਨੇ ਜੀਵਨ ਦੇ ਮਨੋਰਥ ਨੂੰ ਨਹੀਂ ਸਮਝਿਆ। ਜਦ ਜੀਵਨ ਦੇ ਮਨੋਰਥ ਨੂੰ ਸਮਝ ਲਿਆ, ਫਿਰ ਇਸ ਪਕੜ ਤੋਂ ਉੱਚੀ ਉੱਠ ਜਾਣਗੇ। ਫਿਰ ਮਾਇਆ ਦਾ ਠਾਠ ਬਾਠ, ਮਾਇਆ ਦਾ ਸਾਰਾ ਖਿਲਾਰਾ ਇਹ ਸਮਝ ਆ ਜਾਏਗਾ ਵੀ ਇਹ ਖਿਰ ਪਲਦਾ ਹੈ, ਇਹ ਛਲਾਵਾ ਹੈ, ਦੇਖਣ ਮਾਤਰ ਹੋ ਰਿਹਾ ਹੈ,
ਇਹ ਸਦਾ ਰਹਿਣ ਵਾਲਾ ਨਹੀਂ ਹੈ। ਇਹ ਜੋਕਾਂ ਵਰਗਾ ਹੈ, ਜੇ ਜਿਹੜਾ ਉਸਨੂੰ ਚੰਬੜਿਆ ਰਹਿ ਜਾਏ ਜਾਂ ਜਿਸ ਨੂੰ ਇਹ ਚੰਬੜ ਜਾਏ ਉਸ ਦੀ ਖਲਾਸੀ ਨਹੀਂ ਕਰਦੀ, ਉਹ ਮਰਨ ਤੱਕ ਵੀ ਜੋਗ ਉਹਨੂੰ ਛੱਡਦੀ ਨਹੀਂ। ਇਹ ਇਸੇ ਤਰ੍ਹਾਂ ਹੈ, ਮਾਇਆ ਦਾ ਪਸਾਰਾ ਇਸ ਤਰ੍ਹਾਂ ਦਾ ਹੈ। ਉਹ ਇਹ ਗੱਲ ਸਮਝ ਆ ਜਾਂਦੀ। ਤੋ ਜਦੋਂ ਸੰਸਾਰ ਦਾ ਵਿਸਤਾ ਹੋਇਆ ਇਹ ਠਾਠ ਬਾਠ ਕਿਸੇ ਹੋਰ ਚੀਜ਼ ਦਾ ਕੇਵਲ ਪਰਛਾਵਾਂ ਹੈ, ਤਾਂ ਫਿਰ ਅਸੀਂ ਉਸ ਤੇ ਮੋਹ ਕਿਉਂ ਹੋਈਏ? ਕਿਉਂ ਅਸੀਂ ਮੋਹ ਹੋਈ ਉਹਦੇ ਵਿੱਚ? ਉਸ ਤੇ ਅਸੀਂ ਕਿਉਂ ਡੁੱਲ ਜਾਂਦੇ ਹਾਂ? ਹਰ ਵੇਲੇ ਮਰੂ ਕਿਉਂ ਕਰਦੇ ਹਾਂ? ਉਸ ਠਾਠ ਬਾਠ ਦੇ ਉੱਤੇ ਅਸੀਂ ਡਿੱਗਦੇ ਕਿਉਂ, ਡੋਲਦੇ ਕਿਉਂ ਆ? ਜਦੋਂ ਹੈ ਹੀ ਉਹ ਥੋੜ੍ਹ ਚਿਰਾ, ਜਦ ਹੈ ਹੀ ਉਹ ਪਰਛਾਵੇਂ ਵਰਗਾ, ਹੈ ਹੀ ਬੱਦਲ ਦੀ ਛਾਂ ਵਰਗਾ, ਹੈ ਹੀ ਰੁੱਖ ਦੀ ਛਾਂ ਵਰਗਾ, ਤੇ ਫਿਰ ਅਸੀਂ ਡੁੱਲਦੇ ਕਿਉਂ ਆ? ਸੰਸਾਰ ਦੀ ਖੇਡ ਖੇਡਣ ਦਾ ਚਾਅ, ਬੇਨਤੀ ਕਰਾਂ, ਕੇਵਲ ਇਹ ਸੰਸਾਰ ਦੀ ਖੇਡ ਖੇਡਣ ਦਾ ਜੋ ਮਕਸਦ ਕੇਵਲ ਉਸ ਗਿਆਨ ਦੀ ਪ੍ਰਾਪਤੀ ਹੈ, ਉਸ ਗਿਆਨ ਦੀ ਪ੍ਰਾਪਤੀ ਤੇ ਪਹੁੰਚਣਾ ਹੈ। ਵਿਕਾਸ ਜਾਂ ਉੱਨਤੀ ਜਿਹੜੀ ਗੱਲ ਕਰੀਏ ਉਹ ਹੁੰਦੀ ਰਹੇਗੀ, ਲੇਕਿਨ ਆਤਮਿਕ ਗਿਆਨ ਦੇ ਤੱਕ ਪਹੁੰਚਣ ਦਾ ਜਿਹੜਾ ਮਕਸਦ ਹੈ ਉਹ ਪੂਰਾ ਨਹੀਂ ਹੋਏਗਾ ਜੇ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ। ਇਹ ਸਮਝਣੀ ਚਾਹੀਦੀ ਹੈ ਕਿ ਗਿਆਨ ਦਾ ਪ੍ਰਕਾਸ਼ ਹੋਵੇ, ਉਸ ਸਤ ਸਰੂਪ ਦੇ ਨਾਲ ਸਾਡੀ ਪ੍ਰੀਤ ਜੁੜ ਜਾਏ। ਮਾਇਆ ਦੀਆਂ ਇਹ ਰਾਸ ਲੀਲਾ, ਇਹ ਜਿਨ੍ਹਾਂ ਦੇ ਮਾਇਆ ਦੀ ਠਾਠ ਬਾਠ ਕਰਕੇ, ਮਾਇਆ ਦੀਆਂ ਰਾਸ ਲੀਲਾ ਕਰਕੇ ਅਸੀਂ ਆਪਣੇ ਮੂਲ ਤੋਂ ਦੂਰ ਗਏ ਆ, ਉਹਨਾਂ ਜਿਹੜੇ ਕਾਰਨਾਂ ਤੋਂ ਅਸੀਂ ਪਰਮੇਸ਼ਰ ਤੋਂ ਜੁਦਾ ਹੋ ਗਏ, ਵਿਛੜ ਗਏ, ਦੂਰੀ ਬਣਾ ਲਈ ਹੈ, ਉਹਨਾਂ ਕਾਰਨਾਂ ਨੂੰ ਗੁਰੂ ਦੇ ਸ਼ਬਦ ਨਾਲ ਅਸੀਂ ਜਦੋਂ ਰੋਕਾਂਗੇ, ਉਹ ਗੁਰਮਤਿ ਨੂੰ ਵਿਰਾਗ ਮੰਨਦੀ ਹੈ, ਉਹਨੂੰ ਤਿਆਗ ਮੰਨਦੀ ਹੈ। ਮਾਇਆ ਦਾ ਤਿਆਗ, ਤਿਆਗ ਦਾ ਮਤਲਬ ਗਲੋਂ ਨਹੀਂ ਲਾ ਦੇਣਾ, ਤਿਆਗ ਦਾ ਮਤਲਬ ਉਹਦੀ ਉਪਰਾਮਤਾ ਹੈ। ਤੋ ਸਿੱਖੀ ਆਸ਼ੇ ਦੇ ਅਨੁਸਾਰ, ਗੁਰਮਤਿ ਦੇ ਆਸ਼ੇ ਦੇ ਅਨੁਸਾਰ ਮਾਇਆ ਦੀ ਪ੍ਰੀਤ ਨੂੰ ਮੋਹ, ਜਾਂ ਇਹ ਕਹਿ ਲਈਏ ਮੂੜਪਨ, ਮੂਰਖਤਾ, ਇਹ ਗੱਲ ਦੱਸੀ ਗਈ ਹੈ, ਬਾਰ-ਬਾਰ ਇਹ ਗੱਲ ਦੱਸੀ ਗਈ ਹੈ ਗੁਰਮਤਿ ਦੇ ਉੱਤੇ। ਉਸ ਸਤ ਸਰੂਪ ਸਦਾ ਰਹਿਣ ਵਾਲੇ ਪਰਮਾਤਮਾ ਅਕਾਲ ਪੁਰਖ ਦੀ ਪ੍ਰੀਤੀ ਦੇ ਮੁਕਾਬਲੇ ਮਾਇਆ ਦੇ ਨਾਲ ਮੋਹ ਲਾਉਣ ਨਾਲ, ਜਾਂ ਮਾਇਆ ਦੇ ਨਾਲ ਮੋਹ ਲਾਉਣਾ, ਇਹ ਅਸਤ ਨਾਲ, ਝੂਠ ਨਾਲ ਪਿਆਰ ਕਰਨਾ ਹੈ, ਝੂਠ ਨਾਲ ਪ੍ਰੀਤੀ ਕਰਨੀ ਹੈ, ਸਤ ਨਾਲ ਪ੍ਰੀਤੀ ਕਰਨੀ ਹੈ। ਉਹਦੇ ਮੁਕਾਬਲੇ ਦੇ ਉੱਤੇ ਗਿਆਨਵਾਨ ਮਨੁੱਖ ਜਿਹੜੇ ਹੋ ਜਾਂਦੇ ਹਨ, ਜਿਨ੍ਹਾਂ ਨੂੰ ਜੀਵਨ ਦੇ ਮਕਸਦ ਦੀ ਸਮਝ ਆ ਜਾਂਦੀ ਹੈ, ਉਹ ਕਦੀ ਵੀ ਇਸ ਫਹੀ ਵਿੱਚ, ਇਸ ਫਾਂਸੀ ਵਿੱਚ, ਇਸ ਫੰਦੇ ਵਿੱਚ, ਇਸ ਰੱਸੇ ਦੇ ਵਿੱਚ, ਕਦੀ ਇਸ ਕੁੜਕੀ ਵਿੱਚ ਨਹੀਂ ਫਸਦੇ। ਜਿਵੇਂ ਮੱਛੀ ਨੂੰ ਫੜਨ ਦੇ ਲਈ ਉਹ ਕੜਿੱਕੀ ਪਾ ਕੇ ਬਾਸ ਲਾ ਕੇ ਅੱਗੇ ਸੁੱਟ ਦਿੱਤਾ ਜਾਂਦਾ ਤੇ ਮੱਛੀ ਉਸ ਕੜਿੱਕੀ 'ਚ ਫਸ ਜਾਂਦੀ ਹੈ। ਪਰ ਜਿਨ੍ਹਾਂ ਨੂੰ ਜੀਵਨ ਦੇ ਮਕਸਦ ਦੀ ਸਮਝ ਆ ਜਾਂਦੀ ਹੈ, ਉਹ ਪਾਇਆ ਹੋਇਆ ਮਾਸ ਵੱਲ ਵੀ, ਭਾਵ ਲੋਭ ਤੇ ਲਾਲਚ ਵਸ ਹੋ ਕੇ ਵੀ ਕਦੀ ਇਹਦੀ ਕੜਿੱਕੀ 'ਚ ਨਹੀਂ ਫਸਦੇ। ਬਸ ਉਹਦੀ ਕੜਿੱਕੀ ਤੋਂ ਬਚ ਕੇ ਨਿਕਲਣਾ ਹੀ ਵਿਰਾਗ ਹੈ। ਇਹਦਾ ਨਾਮ ਗੁਰਮਤਿ ਨੇ ਵਿਰਾਗ ਰੱਖਿਆ ਹੈ, ਉਸ ਦੀ ਕੜਿੱਕੀ ਤੋਂ ਬਚ ਕੇ ਨਿਕਲ ਜਾਣਾ। ਉਹ ਸੰਸਾਰ ਦੇ, ਇਹ ਕਹਿ ਲਈਏ, ਐਸ਼ਾਂ ਵਿੱਚੋਂ, ਭੋਗਾਂ ਵਿੱਚੋਂ ਇਵੇਂ ਲੰਘ ਜਾਂਦੇ ਹਨ ਜਿਵੇਂ ਮੁਰਗਾਬੀ ਆਪਣੇ ਪਾਣੀ ਦੇ ਉੱਤੇ ਤਰ ਕੇ ਖੰਭਾਂ ਨੂੰ ਭਿੱਜਣ ਨਹੀਂ ਦਿੰਦੀ, ਤੇ ਜਿਵੇਂ ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਨੂੰ ਚਿੱਕੜ ਨਹੀਂ ਲੱਗਣ ਦਿੰਦਾ, ਜਿਹਦੀ ਉਦਾਹਰਨ ਆਪਾਂ ਵਿਚਾਰ ਕਰ ਚੁੱਕੇ ਹਾਂ। ਜੀਵਨ ਦਾ ਮਕਸਦ ਪਰਮੇਸ਼ਰ ਨਾਲ ਅਭੇਦ ਹੋਣਾ ਹੈ। ਬਾਰ-ਬਾਰ ਮੈਂ ਗੱਲ ਰਿਪੀਟ ਕਰ ਰਿਹਾ, ਕਿਉਂਕਿ ਇਹ ਜੀਵਨ ਬਹੁਤ ਕੀਮਤੀ ਚੀਜ਼ ਹੈ। ਇਸ ਵਾਸਤੇ ਆਤਮਿਕ ਗਿਆਨ ਤੇ ਆਤਮਿਕ ਪ੍ਰਕਾਸ਼ ਨਾਲ ਆਪਣੇ ਆਪ ਨੂੰ ਖਤਮ ਕਰਕੇ, ਆਪਣੀ ਹਸਤੀ ਨੂੰ ਮਿਟਾ ਕੇ, ਹਸਤੀ ਨੂੰ ਮਿਟਾਉਣਾ ਮਤਲਬ ਆਪਣੇ ਮੂਲ ਨੂੰ ਪਛਾਣਨਾ, ਆਪਣੇ ਮੂਲ ਨੂੰ ਪਛਾਣ ਕੇ ਉਸ ਵਾਹਿਗੁਰੂ ਦੇ ਵਿੱਚ ਅਭੇਦ ਹੋਣਾ, ਇਹ ਸਾਡੇ ਜੀਵਨ ਦੀ ਅਸਲੀ ਕਾਰ ਹੈ। ਜਦੋਂ ਇਹ ਮਨੋਰਥ ਸਮਝਿਆ ਗਿਆ, ਉਹ ਵੀ ਸਾਡਾ, ਉਹਦਾ ਨਾਮ ਵੀ ਵਿਰਾਗ ਮੰਨਿਆ ਜਾਂਦਾ ਹੈ। ਮਨੋਰਥ ਹੀ ਸਮਝ ਨਹੀਂ ਆਉਂਦਾ ਜਿਸਦਾ ਨਾਮ ਅਸੀਂ ਅੱਜ ਤੱਕ ਵੀ ਇਹ ਸਮਝ ਨਾ ਸਕੇ।
तो जदों जिस गुरु के प्यारे सिख दी प्रीति करतार नाल जुड़ जाती है, निरंकार नाल जुड़ जाती है, ਉਹਨਾਂ ਨੂੰ ਅਸੀਂ ਦੇਖਦੇ ਆ, ਉਹ ਫਿਰ ਸ਼ੇਖ ਫਰੀਦ ਜੀ ਵਾਂਗੂ, ਭਗਤ ਕਬੀਰ ਜੀ ਵਾਂਗੂ ਇਹ ਗੱਲ ਨੂੰ ਜਾਣ ਲੈਂਦੇ ਹਨ ਕਿ ਜਿਹੜੀਆਂ ਅਵਸਥਾ ਮਨੁੱਖੀ ਮਨ ਨੂੰ ਮੋਹ ਲੈਂਦੀਆਂ ਹਨ, ਸਾਡੇ ਸੰਤ ਸਰੂਪ ਦੇ ਪ੍ਰੇਮ ਨੂੰ ਤੋੜਦੀਆਂ ਹਨ। ਜਿਹੜੀਆਂ ਚੀਜ਼ਾਂ ਸਾਨੂੰ ਮਨੁੱਖੀ ਮਨ ਨੂੰ ਮੋਹ ਲੈਂਦੀਆਂ ਹਨ, ਸਾਡੇ ਅੰਦਰਲੇ ਸੰਤ ਸਰੂਪ ਨੂੰ ਤੋੜਦੀਆਂ ਹਨ। ਇਹ ਚੱਲ ਭਲਦਾ ਰੰਗ ਤਮਾਸ਼ਾ ਜੋ ਅਸਮਾਨ ਵਿੱਚ ਉਹ ਸਪਿੰਗ ਵਰਗਾ ਹੈ, ਜਿਹਨੂੰ ਸਤਰੰਗੀ ਪੀਂਗ ਅਸੀਂ ਕਹਿੰਦੇ ਆ, ਉਹਦੇ ਵਰਗਾ ਹੈ। ਇਹ ਖਿੰਨ ਮਾਤਰ ਰਹਿਣ ਵਾਲਾ ਹੈ। ਇਹ ਭੜਕੀਲੇ ਤਮਾਸ਼ੇ ਜਿਹੜੇ ਹਨ, ਦੁਨੀਆ ਦੇ ਪਦਾਰਥਾਂ ਦਾ ਰੰਗ ਤਮਾਸ਼ਾ ਹੈ। ਇਹ ਜਿਹੜੇ ਰਾਹ ਤੋਂ ਪਰਾਏ ਪਾ ਦਿੰਦੀਆਂ ਚੀਜ਼ਾਂ ਹਨ, ਇਹ ਉਹਦੇ ਵਿੱਚੋਂ ਬਚ ਕੇ ਅਸੀਂ ਸੱਚ ਦਾ ਮਾਰਗ, ਸਦੀਵੀ ਸੁੱਖ ਤੇ ਸਦੀਵੀ ਗਿਆਨ ਦੀ ਪ੍ਰਾਪਤੀ ਕਰਨੀ ਹੀ ਸਾਡੇ ਜੀਵਨ ਦਾ ਮਕਸਦ ਹੈ। ਇਹੋ ਗੁਰਮਤਿ ਦਾ ਵਿਰਾਗ ਹੈ। ਗੁਰਮਤਿ ਦਾ ਵਿਰਾਗ ਇਸ ਨੂੰ ਕਿਹਾ ਗਿਆ। ਜਦੋਂ ਇਹ ਗੱਲ ਸਮਝ ਆ ਗਈ, ਫਰੀਦਾ ਜਿਨ ਲੋਇਨ ਜਗ ਹੋਇਆ ਸੇ ਲੋਇਨ ਮੈਂ ਡਿਠ, ਕੱਜਲ ਰੇਖ ਨਾ ਸਿੰਧਿਆ ਸੇ ਪੰਖੀ ਸੋਏ ਭੇਠ ਦੀ ਗੱਲ ਜਦੋਂ ਸਮਝ ਆ ਗਈ ਤਾਂ ਹੋ ਜਾਏਗਾ। ਜਦੋਂ ਇਹ ਗੱਲ ਸਮਝ ਆ ਗਈ, ਫਰੀਦਾ ਮੈਂ ਭੁਲਾਵਾ ਪਗਦਾ ਮਤ ਮੈਲੀ ਹੋ ਜਾਏ, ਗਹਿਲਾ ਰੂ ਨਾ ਜਾਣੀ ਸਿਰ ਵੀ ਮੱਟੀ ਖਾਏ। ਜਦੋਂ ਇਹ ਗੱਲ ਸਮਝ ਆ ਗਈ, ਜਦੋਂ ਇਹ ਗੱਲ ਸਮਝ ਆ ਜਾਂਦੀ ਹੈ, ਪਾਸ ਦਵਾਵੇਂ ਛੱਤ ਸਿਰ ਢੇਰੀ ਸਾਦੇ ਸਤੋ ਘਰੜ, ਜਦੋਂ ਇਹ ਗੱਲ ਸਮਝ ਆ ਗਈ, ਜਾਏ ਸੁਤੇ ਜਨਾਨ ਮੈਂ ਤੀਏ ਤੀਮਾ ਗੱਡ, ਜਦੋਂ ਇਹ ਗੱਲ ਸਮਝ ਆ ਗਈ, ਜਦੋਂ ਇਹ ਗੱਲ ਸਮਝ ਆ ਗਈ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਹੜੀ ਤੂੰ ਜੜੇ ਹੋਏ, ਤੈ ਪਾਸੋਂ ਉਹ ਲੱਦ ਕੇ ਤੂੰ ਅਜੇ ਨਾ ਪਤੀਨ ਹੋਏ। ਗੱਲ ਤਾਂ ਫਿਲਾਸਫੀ ਤਾਂ ਗੁਰਮਤਿ ਦੇ ਅਨੁਸਾਰ ਬਾਰ-ਬਾਰ ਇਹ ਗੱਲ ਦੱਸੀ ਹੈ। ਤੇ ਜਿਹੜੀ ਗੱਲ ਤੇ ਭਗਤ ਕਬੀਰ ਜੀ ਕਹਿੰਦੇ, ਜੇ ਸਿਰ ਰਾਚਾ ਚ ਬੰਦ ਦਪਾਗ ਸੋ ਸਿਰ ਚੁੰਚ ਸਵਾਰੇ ਕਾਗ, ਇਸ ਤਨ ਧਨ ਕੋ ਕਿਆ ਕਰ ਪਈ ਹੈ, ਰਾਮ ਨਾਮ ਕਾਹੇ ਨਾ ਤ੍ਰਿੜੀ ਹੈ। ਕਿਹਦੇ ਤੇ ਗਰਵ ਕਰਦਾ ਹੈ, ਕਿਹਦੇ ਤੇ ਗਰਵ ਕਰਦਾ ਇਸ ਧਨ ਦਾ। ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਭਗਤ ਕਬੀਰ ਜੀ ਨੇ ਗੱਲ ਸਮਝਾ ਗਈ। तो गुरु साहबान दे या गुरमत दे आशे अनुसार माया मोहनी दे प्रभाव करके मनुख मोह विच फस के इंद्रियां दे विषयां ते भोगां दे नूं ही अपना जीवन मनोरथ समझ लैंदा ते उस नूं अखीर निराशता पल्ले पैंदी है। इसे करके गुरु साहबान ने बार मन इस मन की रुचि दो बार इस मन की रुचि तो उपर उठन की गल की है, समझाने की गल की है, बार ये गल दसी है। गुरमत की फिलोसफी दे विच ये गल समझाई गई है कि इहदे तो उत्ते उठो, इस रुचि को त्यागीए, उस थां दी अकाल पुरख दे नाल प्रीत जोड़न लई, इस गल ते निश्चा रखण लई जोर दिता गया है गुरमत दे विच कि जो कुछ वो करता है वो साडे भले लई करता है। ये गल जदों गुरमत ने ये गल समझाई है, मोह कटंब मोह सब कार, मोह तुम तजो सगल बेकार, मोह और भरम तजो तुम वीर, साथ नाम हृदय रवे शरीर। ये गल गुरमत ने समझाई है। ते जे नहीं तो फिर गुरु नानक साहब का एक मूल आता है, जेता मोह प्रीत स्वाद सभा कालख दागा दाग, दाग दोष मुँह चलिया लाए, दरगाह बैसन ना ही जाए। फिर यह हाल है। अकाल पुरख अचल है, अविनाशी है, सत स्वरूप है। भोगां दे स्वाद जिहड़े हन ये छिन भरदे हन, झल पलदे हन, ये सदा नहीं रहने। इसलिए सानू अविनाशी सदा रहन वाले परमात्मा की हस्ती दे उत्ते निश्चा रखना चाहिए है, विश्वास भरोसा रखना चाहिए है। चलत बलदे धागे ते उहदा दे जिहड़े चमक दमक है ये व्यर्थ है। इहदे नाल पाया हुआ मोह कभी भी सानू उस सच के ज्ञान तक नहीं पहुंचन देगा। ते गुरु पातशाह जी ने गल सानू समझा दी है कि इस संसार के इन्हां मोह तो उपर उठ के उस करते दे नाल प्रीत पा, गुरमत का विराग मोह तो चल के प्रीत तक चले जाना, ये गुरमत का विराग है।
ਮੋਹ ਦੁਨੀਆ ਦੇ ਪਦਾਰਥਾਂ ਨਾਲ ਹੈ, ਪ੍ਰੀਤ ਨਿਰੰਕਾਰ ਦੇ ਰੰਗ ਢੰਗ ਵਿੱਚ ਹੈ। ਤੇ ਗੁਰਮਤਿ ਦੇ ਵਿਰਾਗ ਨੇ ਆਮ ਭਾਰਤੀ ਸਮਾਜ ਨਾਲੋਂ ਇੱਕ ਵੱਖਰਾ ਨਜ਼ਰੀਆ ਰੱਖਿਆ। ਇੱਥੇ ਘਰ ਛੱਡਣ ਦੀ ਗੱਲ ਕੀਤੀ, ਇਸ ਭਾਰਤੀ ਸਮਾਜ ਨੇ ਪਰਿਵਾਰ ਛੱਡਣ ਦੀ ਗੱਲ ਕੀਤੀ, ਪਰ ਗੁਰਮਤਿ ਦੇ ਜਿਹੜੇ ਵਿਰਾਗ ਨੇ ਉਹ ਹੈ ਈਸ਼ਵਰ ਦੀ ਕਿਰਪਾ ਨਾਲ, ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਵਿਰਾਗ ਉੱਤਮ ਹੈ। ਇਹ ਵਿਚਾਰ ਕਰਕੇ ਸੰਸਾਰਿਕ ਦੁੱਖਾਂ ਤੋਂ ਤੰਗ ਹੋ ਕੇ ਪ੍ਰਾਪਤ ਹੋਇਆ ਵਿਰਾਗ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਪਦਾਰਥਾਂ ਦਾ ਨਾ ਹੋਣਾ ਵਿਰਾਗ ਤਿਆਗ ਨਹੀਂ ਹੈ, ਬਲਕਿ ਪਦਾਰਥਾਂ ਦਾ ਹੋਣਾ ਤੇ ਪਦਾਰਥਾਂ ਵਿੱਚ ਹੁੰਦਿਆਂ ਹੋਇਆ ਪਦਾਰਥਾਂ ਦੇ ਨਿਰਲੇਪ ਰਹਿਣਾ ਤੇ ਪਦਾਰਥਾਂ ਦਾ ਤਿਆਗ ਕਰ ਦੇਣਾ ਹੀ ਗੁਰਮਤਿ ਦਾ ਵਿਰਾਗ ਹੈ। ਉਹ ਹੈ ਜੈਸੇ ਜਲ ਮੈਂ ਕਮਲ ਨਿਦਾਨਮ, ਮੁਰਗਾਈ ਨਿਸ਼ਾਨੇ, ਸੁਰਤ ਸ਼ਬਦ ਭਾਗ ਸਾਵਰ ਕਰੀਏ, ਨਾਨਕ ਨਾਮ ਬਖਾਨੇ। ਗੁਰਮਤਿ ਨੇ ਇਹ ਵਿਰਾਗ ਨੂੰ ਪ੍ਰਵਾਨ ਕੀਤਾ ਹੈ। ਗੁਰਮਤਿ ਨੇ ਸੰਸਾਰ ਛੱਡਣ ਜਾਂ ਸੰਸਾਰ ਤਿਆਗਣ ਦੀ ਗੱਲ ਨਹੀਂ ਕੀਤੀ। ਇਹ ਤਾਂ ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪਹੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਇਹ ਗੁਰਮਤਿ ਦਾ ਵਿਰਾਗ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਤਿਗੁਰ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।